ਸੰਗਤ ਜੀ, ਜਪਜੀ ਸਾਹਿਬ ਦੇ ਵਿੱਚ ਬਾਣੀ ਆਉਂਦੀ ਹੈ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਿਸ ਤਰ੍ਹਾਂ ਕਈ ਦਫਾ ਕਈ ਵਿਦਵਾਨ ਵੀਰ ਇਹ ਵੀ ਕਹਿੰਦੇ ਨੇ ਕਿ ਵਾਹਿਗੁਰੂ ਸ਼ਬਦ ਦੀ ਵਿਆਖਿਆ ਮੂਲ ਮੰਤਰ ਵਿੱਚ ਹੈ। ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ ਵਿੱਚ ਹੈ ਔਰ ਜਪਜੀ ਸਾਹਿਬ ਦੀ ਵਿਆਖਿਆ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਜਪਜੀ ਸਾਹਿਬ ਦੀ ਬਾਣੀ ਦੇ ਅਰਥ ਡੂੰਘਾਈ ਵਿੱਚ ਸਮਝਣੇ ਸਾਰੀ ਬਾਣੀ ਨਾਲੋਂ ਔਖੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਮਨ ਦੇ ਭਾਵ ਸਮਝ ਜਾਣੇ ਸਾਡੇ ਇਨਸਾਨੀ ਦਿਮਾਗ ਦੀ ਲਈ ਮਤਲਬ ਕੋਈ ਸੌਖਾ ਕੰਮ ਨਹੀਂ ਹੈ, ਸਮਝ ਹੀ ਨਹੀਂ ਸਕਦੇ। ਬਹੁਤ ਟੀਕੇ ਹੋਏ ਨੇ ਜਪਜੀ ਸਾਹਿਬ ਦੇ, ਪਰ ਸਾਰੇ ਅਲੱਗ-ਅਲੱਗ, ਹਰ ਇੱਕ ਨੂੰ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਪਰਮਾਤਮਾ ਸਮਝ ਬਖਸ਼ਦੇ ਨੇ ਉਸ ਤਰ੍ਹਾਂ ਹਰ ਇੱਕ ਦੇ ਦਿਮਾਗ ਵਿੱਚ ਇਹਦੇ ਭਾਵ ਅਰਥ ਆ ਰਹੇ ਨੇ। ਪਰ ਅਸਲ ਵਿੱਚ ਭਾਵ ਅਰਥ ਕੀ ਸੀ ਇਹ ਤੇ ਗੁਰੂ ਨਾਨਕ ਪਾਤਸ਼ਾਹ ਜਾਣਨ। ਇੱਥੇ ਮੇਰੇ ਪਾਤਸ਼ਾਹ ਕਹਿ ਰਹੇ ਨੇ ਕਿ ਜੇ ਜੀਵ ਗੁਰੂ ਦੀ ਇੱਕ ਸਿੱਖਿਆ ਸੁਣ ਲੈ, ਇੱਕ ਸਿੱਖਿਆ 'ਤੇ ਜੀਵ ਚੱਲ ਜਾਏ, ਆਪਣੇ ਜੀਵਨ ਨੂੰ ਢਾਲ ਲਏ, ਤਾਂ ਪਰਮਾਤਮਾ ਦੇ ਗੁਣ ਜੀਵ ਵਿੱਚ ਪੈਦਾ ਹੋ ਸਕਦੇ ਨੇ। ਉਹ ਇੱਕ ਸਿੱਖਿਆ ਕਿਹੜੀ ਆ? ਉਹ ਸਿੱਖਿਆ ਇਹ ਹੈ ਕਿ ਪਰਮੇਸ਼ਰ ਦਾ ਨਾਮ ਜਪਣ ਲਈ ਇਹ ਮਨੁੱਖਾ ਜੀਵਨ ਮਿਲਿਆ। ਹੇ ਜੀਵ, ਪਰਮੇਸ਼ਰ ਦਾ ਨਾਮ ਜਪ, ਪਰਮੇਸ਼ਰ ਨੂੰ ਚੇਤੇ ਵਿੱਚ ਵਸਾ। ਪਹਿਲਾਂ ਜਪਣਾ ਹੈ, ਫਿਰ ਜਾਪ ਬਣ ਜਾਂਦਾ ਹੈ, ਫਿਰ ਸਿਮਰਨ ਬਣ ਜਾਂਦਾ ਹੈ। ਜਦੋਂ ਸਿਮਰਨ ਬਣ ਜਾਂਦਾ ਹੈ ਫਿਰ ਉਹ ਚੇਤੇ ਵਿੱਚ ਵਸ ਜਾਂਦਾ ਹੈ। ਉਹ ਯਾਦ ਫਿਰ ਚੇਤੇ ਵਿੱਚੋਂ ਨਿਕਲਦੀ ਨਹੀਂ ਹੈ। ਉਹ ਕੋਈ ਕੱਢਣਾ ਵੀ ਚਾਹੇ ਤਾਂ ਨਹੀਂ ਨਿਕਲਦੀ। ਉਹ ਯਾਦ ਇੰਨੀ ਅੰਦਰ ਗੂੜੀ ਛਾਪ ਛੱਡਦੀ ਹੈ ਕਿ ਅੰਦਰ ਹੀ ਵਸ ਜਾਂਦੀ ਹੈ। ਸ਼ੁਰੂ ਦੇ ਵਿੱਚ ਜਦੋਂ ਅਸੀਂ ਜਾਪ ਕਰਦੇ ਹਾਂ ਤਾਂ ਸਾਡਾ ਮਨ ਨਹੀਂ ਟਿਕਦਾ, ਪਰ ਹੌਲੀ ਹੌਲੀ ਜਾਪ ਕਰਦਿਆਂ ਪਰਮੇਸ਼ਰ ਵਿੱਚ ਪ੍ਰੇਮ ਪੈਣਾ ਸ਼ੁਰੂ ਹੋ ਜਾਂਦਾ। ਜਿਹਦੇ ਨਾਲ ਪ੍ਰੇਮ ਹੋ ਜਾਏ ਉਹਨੂੰ ਫਿਰ ਭੁਲਾਉਣਾ ਔਖਾ ਹੋ ਜਾਂਦਾ। ਫਿਰ ਪਰਮੇਸ਼ਰ ਆਪ ਹੀ ਖੇਡ ਬਣਾਉਂਦੇ ਨੇ। ਬਹੁਤ ਦਫਾ ਆਪਾਂ ਵਿਚਾਰ ਸੁਣਦੇ ਹਾਂ ਕਿ ਮਤਲਬ ਕਿਸੇ ਨੂੰ ਕੋਈ ਰੋਸ਼ਨੀ ਦਿਸੀ, ਕਿਸੇ ਨੇ ਦਸਮ ਦੁਆਰ ਦੇ ਇਸ ਤਰ੍ਹਾਂ ਕਿਸੇ ਨੂੰ ਦਰਸ਼ਨ ਹੋਏ। ਮਤਲਬ ਬਹੁਤ ਹਰ ਇੱਕ ਦੇ ਆਪਣੇ ਅਲੱਗ-ਅਲੱਗ ਵਿਚਾਰ ਨੇ। ਜਦੋਂ ਵੀ ਸੰਗਤ ਜੀ ਕਿਸੇ ਨੂੰ ਵੀ ਪਰਮੇਸ਼ਰ ਦੇ ਦਰ ਘਰ ਦੀ ਪਰਮੇਸ਼ਰ ਸੂਝ ਦਿੰਦੇ ਨੇ, ਬੋਧ ਦਿੰਦੇ ਨੇ, ਉਹ ਗੁਰਬਾਣੀ ਦੇ ਅਨੁਸਾਰ ਹੀ ਹੁੰਦਾ। ਗੁਰਬਾਣੀ ਤੋਂ ਬਾਹਰ ਕੁਛ ਵੀ ਨਹੀਂ ਹੈ। ਉਹ ਸਭ ਕੁਛ ਗੁਰਬਾਣੀ ਦੇ ਅਨੁਸਾਰ ਹੀ ਮਿਲਦਾ। ਇਹ ਗੁਰਬਾਣੀ ਅਕਾਲ ਪੁਰਖ ਦੀ ਬਾਣੀ ਆ, ਧੁਰ ਕੀ ਬਾਣੀ ਆ। ਉਹਦੇ ਵਿੱਚ ਜੋ ਲਿਖਿਆ ਉਸ ਤਰੀਕੇ ਨਾਲ ਹੀ ਪਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ। ਹੋਰ ਜਿਹੜਾ ਇਹ ਕੋਈ ਲਾਈਟ ਦਿਸ ਜਾਣੀ, ਕੋਈ ਰਿੱਧੀਆਂ ਸਿੱਧੀਆਂ, ਇਹ ਸਭ ਰਸਤੇ ਦੀਆਂ ਰੁਕਾਵਟਾਂ ਨੇ। ਜੋ ਜੀਵ ਇੱਥੇ ਅਟਕ ਗਿਆ ਉਹਦਾ ਪਰਮੇਸ਼ਰ ਨਾਲ ਮਿਲਾਪ ਨਹੀਂ ਹੋ ਸਕਦਾ। ਜਿਹਨੂੰ ਇਹਨਾਂ ਚੀਜ਼ਾਂ ਦੀ ਤਾਂਘ ਹੋ ਗਈ ਉਹ ਰਸਤੇ 'ਚ ਹੀ ਰਹਿ ਗਿਆ। ਗੁਸਤਾਖੀ ਮਾਫ ਕਰਨੀ ਜੀ। ਪਰਮੇਸ਼ਰ ਤੱਕ ਜਿਹੜੀ ਪਹੁੰਚ ਆ
ਉਹ ਗੁਰਬਾਣੀ ਦੇ ਜਿਸ ਤਰ੍ਹਾਂ ਗੁਰਬਾਣੀ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਪਰਮੇਸ਼ਰ ਦੇ ਤੱਕ ਗੁਰੂ ਦੇ ਰਾਹੀਂ ਪਰਮੇਸ਼ਰ ਦੀ ਰਹਿਮਤ ਸਦਕਾ ਪਰਮੇਸ਼ਰ ਦੇ ਦਰ 'ਤੇ ਪਹੁੰਚਿਆ ਜਾਂਦਾ ਅਤੇ ਪਰਮੇਸ਼ਰ ਘਰ ਆਪ ਲੈ ਜਾਂਦੇ ਨੇ। ਹਾਂਜੀ ਸੰਗਤ ਜੀ, ਇੰਨੀ ਵਿਚਾਰ ਪ੍ਰਵਾਨ ਕਰਨੀ ਜੀ, ਗੁਸਤਾਖੀਆਂ ਮਾफ़ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।